सत श्री अकाल जी पहले सारे जिन्हें कहते हैं थैंक यू ਤੁਹਾਡਾ बहुत बहुत ਤੁਸੀਂ ਇੱਥੇ मां जी फिल्म है साड़ी बहुत टाइम तो प्लान कर रहे थे पहली फिल्म सी हंबल मोशन पिक्चर की एक्चुअली जी असी बनानी चाहते थे वो मां सी मैं कहानी जो मैं सोचा पढ़ाई ਤੇ ਰਾਣੀ ਬਾਈ ਨੂੰ ਕਿਹਾ ਕਿ ਬਾਈ ਇਸ ਸਬਜੈਕਟ ਦੇ ਉੱਤੇ ਕੁਝ ਲਿਖੋ ਤੇ ਉਹਨਾਂ ਨੇ ਸ਼ੁਰੂ ਕੀਤਾ ਇਨ ਬਿਟਵੀਨ ਅਸੀਂ ਅਰਦਾਸ ਲਿਖੀ ਤੇ ਅਰਦਾਸ ਬਣ ਗਈ ਪਹਿਲਾਂ ਮੰਜੇ ਬਿਸਤਰੇ ਆ ਗਈ ਸਬਜੈਕਟ ਐਡਾ ਵੱਡਾ ਸੀਗਾ ਕਿ ਟਾਈਮ ਲੱਗਦਾ ਗਿਆ ਉਸ ਤੋਂ ਬਾਅਦ ਜਦੋਂ ਫਿਲਮ ਰੈਡੀ ਹੋਈ ਤਾਂ ਕਾਸਟਿੰਗ ਦਾ ਰੌਲਾ ਪੈਣ ਲੱਗ ਗਿਆ ਕਿ ਯਾਰ ਮਾਂ ਜਿਹੜਾ ਮੇਨ ਕਿਰਦਾਰ ਹੈ ਉਹ ਪਲੇ ਕੌਣ ਕਰੂ ਉਸ ਵੇਲੇ ਸੱਚੀ ਕਿਉਂਕਿ ਦਿਵਿਆ ਜੀ ਨੇ ਬਹੁਤ ਟਾਈਮ ਤੋਂ ਪੰਜਾਬੀ ਕੋਈ ਫਿਲਮ ਨਹੀਂ ਸੀ ਕੀਤੀ ਸਾਡੇ ਇਮੀਡੀਏਟ ਦਿਮਾਗ 'ਚ ਨਹੀਂ ਆਇਆ ਤੇ ਜਦੋਂ ਆਇਆ ਫਿਰ ਇਹਨਾਂ ਨੂੰ ਮਨਾਉਣਾ ਪਿਆ ਤੇ ਹੁਣ ਜਦੋਂ ਮੰਨ ਗਏ ਤੇ ਫਾਈਨਲੀ ਇਹ ਸਬਜੈਕਟ ਬਣਿਆ ਵਾ ਮੈਂ ਸੱਚੀ ਕਹਿ ਰਿਹਾ ਕਿ ਮੈਨੂੰ ਇਦਾਂ ਲੱਗਦਾ ਕਿ ਸਾਡੀ ਹੰਬਲ ਮੋਸ਼ਨ ਪਿਕਚਰ ਦੀ ਸਭ ਤੋਂ ਵਧੀਆ ਫਿਲਮ ਹੋਊਗੀ ਬਹੁਤ ਮਿਹਨਤ ਕੀਤੀ ਹੈ ਪੂਰੀ ਟੀਮ ਨੇ ਜਿਹਦਾ ਕਿਸੇ ਦੇ ਚਾਹੇ ਘੱਟ ਸੀਨ ਨੇ ਚਾਹੇ ਵੱਧ ਸੀਨ ਨੇ ਹਰ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਫਿਲਮ ਦੇ ਵਿੱਚ ਕੋਈ ਵੀ ਕਰੈਕਟਰ ਵੇਸਟ ਨਹੀਂ ਹੋਇਆ ਹੈਗਾ ਸੋ बस कि उनका एकदम रह गया आज शाम को तो आप फिल्म दिखा देंगे वैसे तो देखियो बाकी तुम देख के दस्सियो कि ਤੁਹਾਨੂੰ ਕਿੱਦਾਂ ਲੱਗੀ ਆਪਣੇ ਫੀਡਬੈਕ ਦੇ ਥੈਂਕ ਯੂ ਸੋ ਮਚ ਥੈਂਕ ਯੂ ਤੇ ਦਿਵਿਆ ਦੱਤਾ ਮੈਮ ਥੈਂਕ ਯੂ ਤੁਸੀਂ ਇਸ ਪ੍ਰੋਜੈਕਟ ਲਈ ਹਾਂ ਕਰ ਦਿੱਤੀ ਬਿਕੋਜ਼ ਜਿੰਨਾ ਸੋਹਣੇ ਤਰੀਕੇ ਨਾਲ ਤੁਸੀਂ ਰੋਲ ਪਲੇ ਕੀਤਾ ਹੈ ਲੱਗਦਾ ਨਹੀਂ ਕਿ ਮਤਲਬ ਇੰਨੇ ਸੋਹਣੇ ਤਰੀਕੇ ਨਾਲ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਮਾਂ ਦੀ ਮਮਤਾ ਮਾਂ ਦੇ ਕਿਰਦਾਰ ਮਾਂ ਦਾ ਉਹ ਮਾਂ ਦਾ ਗੁੱਸਾ ਪਿਆਰ ਇੰਨੇ ਵੇਰੀਏਸ਼ਨ ਸਾਨੂੰ ਕਿਤੇ ਦੇਖਣ ਨੂੰ ਮਿਲਦੇ ਐਂਡ ਵਾਂਸ ਅਗੇਨ ਵੈਲਕਮ ਬੈਕ ਟੂ ਪੰਜਾਬੀ ਇੰਡਸਟਰੀ उम्मीद करते हैं कि और भी प्रोजेक्ट्स देखने को मिलेंगे पता नहीं किस तरह का ओके सो टॉकिंग अबाउट द फिल्म मैं देख रही थी कि जब ਤੁਸੀਂ ट्रेलर ਤੇ ਗਾਣੇ ਦੇਖ ਰਹੀ ਸੀ ਤਾਂ ਇੱਕ ਇਮੋਸ਼ਨਲ ਦੀ ਰੋਲਰ ਕੋਸਟਰ ਰਾਈਡ ਚੱਲ ਰਹੀ ਸੀ ਅੰਦਰ अलग-अलग तरह के इमोशनल फीलिंग्स बिकॉज़ ऑब्वियसली ਤੁਸੀਂ ਜੋ ਸ਼ੂਟ ਕੀਤਾ ਹੋਵੇਗਾ ਤਾਂ ਕੁਝ ਹਾਸੇ ਵਾਲੇ ਪਲ ਰਹੇ ਹੋਣੇ ਕੁਝ ਇਮੋਸ਼ਨਲ ਮੂਵਮੈਂਟਸ ਰਹੇ ਹੋਣੇ ਸੋ ਪਲੀਜ਼ ਆਪਣਾ ਸ਼ੂਟਿੰਗ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ थैंक यू जी सत श्री अकाल पहला सारा मेरी आज का दिन बहुत खास है क्योंकि भी कास्ट नाल आज ਅਸੀਂ ਇਕੱਠੇ ਬੈਠੇ ਹਾਂ ਤੇ एक खास फिल्म बहुत सारे नाल ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ यस मैं बहुत टाइम के बाद पंजाबी फिल्मां ਚ आई ਹਾਂ ਤੇ मैं बहुत खुश ਹਾਂ कि इस फिल्म बनी है इस तो ज़्यादा प्यारी खूबसूरत बैठी फिल्म हो सकती थी सो आई हैव टू थैंक किपी जिन्होंने स्टोरी सुनाई इतनी खूबसूरती नाल पर आज जब मैं देख लिया सारे गाने इकट्ठे हैं सारी कास्ट ना सारी ड्रग्स ना ओदा हाले हैंगओवर हैगा मेरा आई डोंट नो हाउ मच आई कैन टॉक राइट नाउ बट मैंने लगता है सब तो बड़ी गिफ्ट कमिंग फ्रॉम हंबल मोशन पिक्चर्स इस मदर्स डे पे सारे बच्चों ने सारे माँ-पिता ने मिली है एंड मैं बहुत खुश हाँ कि इसका एक अहम हिस्सा बन सकी तहे दिलों शुक्रिया मेरी बहुत ही प्यारी टीम को एक बदला मतलब मैं बहुत बहुत प्यार नाल इन्हां सारियां ने मैनूं इन्ना प्यार दिता इन्ना निगाहपन दिता दैट आई एक्चुअली एम फीलिंग सो गुड कि वापस फैमिली में मिलिया सो आई एम राइट नाउ वेरी इमोशनल बात सवालों के जवाब देनी है पर थैंक यू या आई कैन टोटली अंडरस्टैंड क्योंकि यहाँ जो 5-7 मिनट ਦਾ ट्रेलर गाने देखे ने ਮੈਨੂੰ ਖੁਦ ਨੂੰ ਥੋੜੇ ਜਿਹੇ ਗੁੱਸਾ ਫੀਲ ਹੋ ਰਹੇ ਨੇ ਹੁਣ ਮੈਨੂੰ ਲੱਗ ਰਿਹਾ ਘਰੇ ਜਾ ਕੇ ਮੰਮੀ ਨੂੰ ਕਿਸ ਚੀਜ਼ ਕਰਨੀ ਸੌਰੀ ਫੋਨ ਨਹੀਂ ਹੈ ਯਾਦ ਕਰ ਓਕੇ ਸੋ ਗੁਰਪ੍ਰੀਤ ਕੁਗੀ ਜੀ ਸਰ ਆਬਵੀਅਸਲੀ ਤੁਸੀਂ ਫਿਲਮਾਂ ਦੇ ਵਿੱਚ ਕਿਹੜੇ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹੋ ਉਹਦਾ ਅਸੀਂ ਹੁਣ ਕਾਊਂਟ ਕਰਨਾ ਛੱਡ ਦਿੱਤਾ ਕਿਉਂਕਿ ਕਦੇ ਤੁਸੀਂ ਹਸਾਉਂਦੇ ਹੋ ਕਦੇ ਰੁਲਾਉਂਦੇ ਹੋ ਕਦੇ ਯੂ نو ਤੁਹਾਡੇ ਕਿਰਦਾਰ ਤੇ ਕੀ ਗੁੱਸਾ ਆਉਂਦਾ ਕਿ ਐਡਾ ਬੜਾ ਮੁੰਡਾ ਵੀ ਹੋ ਸਕਦਾ ਹਰ ਤਰ੍ਹਾਂ ਦੇ ਕਿਰਦਾਰ ਤੁਸੀਂ ਇੰਨੇ ਪਰਫੈਕਟਲੀ ਪਲੇ ਕਰਦੇ ਹੋ ਕਿ ਮਤਲਬ बहुत औखा हो जाता है देखना कि इस किरदार से इतनी वेरिएशन भी आ सकती है सो अगेन टॉकिंग टू द मां फिल्म इस फिल्म ਦੇ ਵਿੱਚ ਵੀ ਹਾਲਾਂਕਿ ਫਿਲਮ ਦੇ ਟ੍ਰੇਲਰ ਵੇਖ ਕੇ ਪਤਾ ਲੱਗ ਰਿਹਾ ਕਿ ਫਸਟ ਹਾਫ ਦੇ ਵਿੱਚ ਹੀ ਜਾਂ ਫਿਲਮ ਦੇ ਘੱਟ ਹਿੱਸੇ ਦੇ ਵਿੱਚ ਤੁਹਾਡੇ ਕਿਰਦਾਰ ਦੇਖਣ ਨੂੰ ਮਿਲੇਗਾ ਲੇਕਿਨ ਉਸ ਦੇ ਨਾਲ ਪੇਅਰਿੰਗ ਇਸ ਤਰ੍ਹਾਂ ਦੀ ਤੇ ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਕਿਰਦਾਰ ਪਲੇ ਕੀਤਾ ਹੈ ਸੋ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਥੈਂਕ ਯੂ ਜੀ ਔਰ ਸਾਰਾ ਕੁਝ ਮਾਂ ਬਾਰੇ ਆਪਾਂ ਜਿੱਦਾਂ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਕਹੀ ਜਾ ਰਹੇ ਹਾਂ पर सानू अज भी लगता है कि असीं मां नूं डिस्क्राइब कर नहीं पाए क्योंकि मां नूं उहदे रिश्ते नूं उहदे नेक नूं उहदी सिक नूं उहदी शिद्दत नूं उहदी मुहब्बत नूं उहदे खलूस नूं शब्दां च बंद कर पाउणा किसी भाषा दे वस दी गल नहीं किसी ज़बान च मां दी मुहब्बत नूं बंद नहीं कीता जा सकता आसमान जिहड़ी हुंदी है मां दी परिभाषा ना आसमान नापे जा सकते ने ना एक गैलेक्सी नूं नापिया जा सकदा ना मां दी मुहब्बत नूं नापिया जा सकदा
पर माँ साडे लिए इन्ना कुछ करती है, ਅਸੀਂ ਕਰਮਾਂ ਵਾਲੇ ਹੁੰਦੇ ਹਾਂ ਜਦੋਂ ਸਾਨੂੰ ਵੀ ਮਾਂ ਵਾਲੀ ਕੁਝ ਕਰਨ ਦਾ ਮੌਕਾ ਮਿਲਦਾ ਹੈ। ਤੇ ਮੈਨੂੰ ਲੱਗਦਾ ਸਾਡੀ ਐਂਟਾਇਰ ਟੀਮ ਦਾ ਇਹ ਸੁਭਾਗ ਹੈ, ਸਾਡੇ ਲਈ ਬਹੁਤ ਵੱਡੇ ਕਰਮਾਂ ਵਾਲੀ ਗੱਲ ਹੈ ਕਿ ਅਸੀਂ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਅਸੀਂ ਸਾਰੇ ਬ੍ਰੈਡ ਐਂਡ ਬਟਰ ਲਈ ਭੱਜੇ ਫਿਰਦੇ ਹਾਂ, ਮਟੀਰੀਅਲਿਸਟਿਕ ਰੇਸ ਦੇ ਵਿੱਚ ਭੱਜੇ ਫਿਰਦੇ ਹਾਂ, ਜਦੋਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਸ਼ਾਮ ਨੂੰ ਰੋਜ਼ੀ ਰੋਟੀ ਚਾਹੀਦੀ ਹੁੰਦੀ ਹੈ, ਉਹਦੇ ਵਿੱਚ ਕੋਈ ਐਸਾ ਨੇਕੀ ਦਾ ਕੰਮ ਵੀ ਹੁੰਦਾ ਹੈ ਜਿਹਦੇ ਨਾਲ ਪੇਟ ਤਾਂ ਰਚਦਾ ਹੀ ਰਚਦਾ ਪਰ ਰੂਹ ਵੀ ਰਚਦੀ ਹੈ। ਸਾਡੀ ਰੂਹ ਰਚਦੀ ਜਦੋਂ ਇਹੋ ਜਿਹਾ ਕੰਮ ਕਰਦੇ ਹਾਂ। ਔਰ ਮੈਨੂੰ ਲੱਗਦਾ ਕਿ ਫਿਲਮਾਂ ਲਗਾਤਾਰ ਕਰੀ ਜਾਈਦੀਆਂ, ਪਰ ਜਦੋਂ ਅਰਦਾਸ ਕਰਾਂ ਤੇ ਜਾਂ ਮਾਂ ਵਰਗੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਤੇ ਲੱਗਦਾ ਸਾਲ 2 ਸਾਲ ਬਾਅਦ ਕਿਤੇ ਜ਼ਿਆਰਤ ਕਰਕੇ ਆਏ ਹਾਂ, ਕਿਸੇ ਇਬਾਦਤਗਾਹ 'ਚ ਗਏ ਹਾਂ, ਕਿਤੇ ਪ੍ਰਮਾਤਮਾ ਅੱਗੇ ਮੱਥਾ ਟੇਕਣ ਦਾ ਮੌਕਾ ਮਿਲਿਆ, ਇਹੋ ਜਿਹੀ ਫੀਲ ਅੰਦਰੋਂ ਆਉਂਦੀ ਹੈ। ਲੱਗਦਾ ਜਿਵੇਂ ਰੂਹ ਧੋਤੀ ਗਈ, ਅੰਦਰੋਂ ਨਿਵਿਰਤ ਹੋ ਕੇ ਦੁਬਾਰਾ ਫਿਰ ਕੰਮ ਕਰਨ ਯੋਗ ਹੋਏ ਹਾਂ। ਸੋ ਮਾਂ ਦੇ ਚਰਨਾਂ 'ਚ ਸਜਦਾ ਕਰਦੀ ਇਹ ਫਿਲਮ ਮਾਂ, ਥੈਂਕਸ ਟੂ ਈਪੀ ਗਰੇਵਾਲ ਜਿਹੜੇ ਇਸ ਤਰ੍ਹਾਂ ਦੇ ਸਬਜੈਕਟਸ ਲੈ ਕੇ ਆਉਂਦੇ ਰਹਿੰਦੇ ਨੇ ਔਰ ਸਿਨੇਮਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ, ਇੱਕ ਨਵਾਂ ਜੌਨਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਇਮੋਸ਼ਨ ਦੇ ਨਾਲ ਵੀ ਫਿਲਮਾਂ ਬਣਨੀਆਂ ਚਾਹੀਦੀਆਂ। ਸੋ ਬਹੁਤ ਮਜ਼ਾ ਆਇਆ ਔਰ ਮੇਰੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਸੀ ਕਿ ਪਹਿਲੀ ਵਾਰੀ ਦਿਵਿਆ ਜੀ ਦੇ ਆਪੋਜ਼ਿਟ ਕੰਮ ਕਰਨਾ ਸੀ, ਉਹਨਾਂ ਦੇ ਨਾਲ ਹੀ ਪਹਿਲੀ ਵਾਰੀ ਕੰਮ ਕਰਨਾ ਸੀ ਆਪੋਜ਼ਿਟ ਦਾ ਅਲੱਗ ਗੱਲ ਹੈ। ਬਟ ਇਹ ਸਾਡੇ ਲਈ ਮੇਰੇ ਲਈ ਚੈਲੰਜ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੇ ਫਾਈਨ ਆਰਟਿਸਟ ਦੇ ਨਾਲ ਕੰਮ ਕਰਨਾ ਹੋਵੇ, ਤੁਹਾਨੂੰ ਐਕਸਰਸਾਈਜ਼ ਜ਼ਿਆਦਾ ਕਰਨੀ ਪੈਂਦੀ ਹੈ। ਅੱਗੇ ਮੈਂ ਲਾ ਦੇਣਾ ਬੇਟੇ ਸਾਰਿਆਂ ਦੇ ਭਾਜੀ ਉਹਦੇ ਤੁਹਾਨੂੰ ਐਕਸਰਸਾਈਜ਼ ਜ਼ਿਆਦਾ ਕਰਨੀ ਪੈਂਦੀ ਹੈ। ਬੇਟੇ ਕਰਦਾ ਵਿੱਚ ਕੀ ਨਹੀਂ ਹੈ ਕੋਈ ਬੰਦਾ ਜਿਹਨੂੰ ਇੰਡਸਟਰੀ ਵਿੱਚ ਯਕੀਨ ਨਹੀਂ ਉਹ ਕਬੱਡੀ ਕਰਦਾ ਹੈ। ਸੋ ਮੈਂ ਬੇਨਤੀ ਸਰਕੇ ਕਰ ਰਿਹਾ ਸੀ ਕਿ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਹੈ ਕਿ ਬੈਕ ਟੂ ਦਾ ਬੇਸਿਕਸ ਆਉਣ ਵਾਲੀ ਗੱਲ ਹੁੰਦੀ ਹੈ ਜਦੋਂ ਇਹੋ ਜਿਹੀ ਵਧੀਆ ਫਿਲਮ 'ਚ ਇਹੋ ਜਿਹੇ ਫਾਈਨ ਆਰਟਿਸਟ ਦੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਬੈਕ ਟੂ ਦਾ ਬੇਸਿਕਸ ਤੁਹਾਨੂੰ ਜਾਣਾ ਪੈਂਦਾ ਕਿਉਂਕਿ ਰੂਟੀਨ 'ਚ ਅਸੀਂ ਕੰਮ ਕਰਦੇ ਮਕੈਨੀਕਲ ਹੋਏ ਹੁੰਦੇ ਆ, ਫਿਰ ਤੁਹਾਨੂੰ ਇੱਕ ਐਕਸਪ੍ਰੈਸ਼ਨ ਦੇ ਕੇ ਇੱਕ ਇਮੋਸ਼ਨ ਤੇ ਕੰਮ ਕਰਨਾ ਪੈਂਦਾ। ਮੇਰੇ ਲਈ ਫਿਲਮ ਉਹ ਸੀ। ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਇਸ ਫਿਲਮ ਨੂੰ ਇੰਨਾ ਪਿਆਰ ਦੇ ਰਹੇ ਹੋ। ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਐਕਸਾਈਟਮੈਂਟ ਹੈ ਕਿ ਫਿਲਮ ਨੂੰ ਹਾਈਪ ਦੇਣੀ ਹੈ ਤਾਂ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਇੱਕ ਬਹੁਤ ਵੱਡੀ ਫਿਲਮ ਹੋਵੇ। ਬਹੁਤ ਸ਼ੁਕਰੀਆ। थैंक यू सो मच। वैसे तो आई नो मीडिया के बहुत सारे सवाल होने, लेकिन मेरा एक आखिरी सवाल है ਤੁਹਾਡੇ ਦਿਨਾਂ ਤੋਂ। ਸਾਡੀ ਮੰਮੀਆਂ ਵੈਸੇ ਤਾਂ ਸਾਨੂੰ ਹਰ ਮੌਕੇ ਤੇ ਕੋਈ ਨਾ ਕੋਈ ਸਲਾਹ ਦਿੰਦੀਆਂ ਰਹਿੰਦੀਆਂ ਨੇ, ਭਾਵੇਂ ਐਪਲੀਕੇਬਲ ਹੋਵੇ ਨਾ ਐਪਲੀਕੇਬਲ ਹੋਵੇ, ਲੇਕਿਨ ਇੱਕ ਸਲਾਹ ਹਮੇਸ਼ਾ ਉਹਨਾਂ ਦੀ ਐਸੀ ਹੁੰਦੀ ਹੈ ਜੋ ਅਸੀਂ ਆਪਣੇ ਨਾਲ ਲੈ ਕੇ ਤੁਰਦੇ ਹਾਂ। ਮੇਰੀ ਮੰਮੀ ਮੈਨੂੰ ਹਮੇਸ਼ਾ ਕਹਿੰਦੀ ਕਿ ਪੂਨਮ ਜ਼ਿੰਦਗੀ 'ਚ ਉਹ ਕੰਮ ਕਦੇ ਨਹੀਂ ਕਰਨਾ ਜਿਹਦੀ ਇਜਾਜ਼ਤ ਤੇਰੀ ਆਤਮਾ ਤੈਨੂੰ ਨਾ ਦੇਵੇ, ਤੇ ਜੇ ਤੇਰੀ ਆਤਮਾ ਨੇ ਦੇਤੀ ਫਿਰ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ, ਫਿਰ ਨਾ ਮੇਰੇ ਤੋਂ ਪੁੱਛੀ ਨਾ ਆਪਣੇ ਪਾਪਾ ਤੋਂ ਪੁੱਛੀ, ਬਸ ਕੰਮ ਦੇ। ਸੋ ਤੁਹਾਡੀ ਜ਼ਿੰਦਗੀ ਵਿੱਚ ਐਸੀ ਕਿਹੜੀ ਸਲਾਹ ਜੋ ਤੁਹਾਡੀ ਮੰਮੀ ਨੇ ਤੁਹਾਨੂੰ ਦਿੱਤੀ ਹੈ ਕਿ ਤੁਸੀਂ ਹਮੇਸ਼ਾ ਉਹਨੂੰ ਨਾਲ ਲੈ ਜਾਂਦੇ ਹੋ? ਜਾਂ ਤੁਹਾਡੇ ਨਾਲ मैं पंजाब तो ही है लुधियाने तो सानेवाल तो मम्मी ਨੂੰ डॉक्टर हमेशा लेके आशीष मैम सो कभी मानो बहुत सारी सिचुएशंस टैकल कर रही हूँ तो मैं हमेशा माने दुपट्टे पीछे रहती सी कि सेफ या गोदी च बैठ जाती सी कि बहुत सेफ हाँ तो जब भी कोई गर्म हवा होती सी तो मम्मी होती सी नाल सो ऑलवेज जब मैं इंडस्ट्री च भी गई तो कोई सौखा डिसीजन नहीं सीगा बिकॉज सारे चाहते सी कि तू मतलब पढ़े अगे बिकॉज पढ़ाई च चली सी लेकिन मैं चाहती सी कि मैं एक्टर बना एक शख्सियत सिर्फ एक बंदी खड़ी सी मेरे नाल कि जे तेरी ए तेरा ख्वाब हैगा तो मैं उनको मरती हाँ जब मैं मापे तो कह देते हैं कि मैं तेरे सुपने च बिलीव कर रही हूँ ते नाल खड़ी है वो बहुत मैटर करता है पर मैनू ना वो कई बार की होता तुसी नवे होने हो ਤੁਹਾਨੂੰ ਲੱਗਦਾ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਬਟ ਲੋਕਾਂ ਨੂੰ ਨਹੀਂ ਪਤਾ ਨਵੇਂ ਹੋ ਤੁਸੀਂ ਰਾਈਟ ਸੋ ਮੈਂ ਅਰੇਂਜ ਕਰਦੀ ਸੀ ਉਹਦੇ ਵਿੱਚ ਚੰਗਾ ਜਿਹਾ ਬ੍ਰੇਕ ਆਵੇ ਫਿਰ ਮੈਂ ਇਹ ਕਰ ਦਾਂਗੀ ਫਿਰ ਮੈਂ ਇਹ ਕਰ ਦਾਂਗੀ दैट टुक अ व्हाइल सो शी सेड बेटा एक्सेप्ट लाइफ जिंदगी को जैसे आती है उसे एक्सेप्ट करते हैं और फिर उसे हेड ऑन फेस करते उसे भागते नहीं रहते माँ के पल्लू के पीछे जिंदगी माँ का पल्लू नहीं है तो उससे से निकल और हाथ पकड़ के ढलने से सब So I think आज जब मेरी माँ फिजिकली नहीं रहेगी वो एडवाइस मैं हमेशा जब भी कोई सिचुएशन मेरे सामने होती है तो बहुत किसी से ਤੁਹਾਡੇ ਲਈ ਕੋਈ ਕਿਹੜੀ ਐਡਵਾਈਸ ਸੀ ਜੋ ਤੁਸੀਂ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹੋ ਤੁਹਾਡੀ ਮੰਮਾ ਨੇ ਕੋਈ ਐਸੀ ਐਡਵਾਈਸ
एक्चुअली मेरी बारी कर रहा है माइक च एनर्जी ज्यादा है माइक ਮੈਨੂੰ ਇਦਾਂ ਲੱਗਦਾ ਜੀ ਕਿ ਕੋਈ ਵੀ ਬੰਦਾ ਜਦੋਂ ਕਿਸੇ ਮੁਕਾਮ ਤੇ ਪਹੁੰਚਦਾ ਆਪਣੀ ਮਾਂ ਦੀਆਂ ਦੁਆਵਾਂ ਨਾਲ ਹੀ ਪਹੁੰਚਦਾ। ਸੋ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿਉਂਕਿ ਅਸੀਂ ਜਮਾਂ ਹੀ ਪਿੰਡ 'ਚ ਰਹੇ ਹਾਂ ਤੇ ਕਿਸੇ ਨੇ ਸੋਫਿਸਟੀਕੇਟਡ ਤਰੀਕੇ ਨਾਲ ਜੁੱਤੀਆਂ ਖਾਧੀਆਂ ਹੁੰਦੀਆਂ, ਕਿਸੇ ਨੇ ਦੂਜੇ ਤਰੀਕੇ ਨਾਲ। ਸੋ ਮੈਂ ਤਾਂ ਜਦੋਂ ਫਿਲਮ ਦਾ ਥਾਟ ਆਇਆ ਸੀ ਤੇ ਮੈਨੂੰ ਰਾਣੇ ਬਾਈ ਨੇ ਪੁੱਛਿਆ ਕਿ ਬਾਈ ਕਿੱਦਾਂ ਦੀ ਕਹਾਣੀ ਲਿਖਣੀ ਹੈ। ਇਹਦੇ 'ਚ ਜਿਹੜਾ ਉਹ ਇੱਕ ਸੀਨ ਹੈ ਉਹ ਅਸੀਂ ਟੀਜ਼ਰ ਕੱਟਿਆ ਸੀ ਜਦੋਂ ਇਹ ਸਮੀਪ ਭੱਜਦਾ ਤੇ ਜੁੱਤੀ ਲੈ ਕੇ ਪਿੱਛੇ ਜਾਂਦੇ ਨੇ ਤੇ ਚੱਪਲ ਚੱਕੀ ਹੋਈ ਆ ਜਦੋਂ ਡਿੱਗ ਜਾਂਦਾ ਤੇ ਮਾਂ ਚੱਪਲੀ ਸੱਟ ਕੇ ਭੱਜ ਕੇ ਜਾ ਕੇ ਉਹਨੂੰ ਚੱਕਦੀ ਆ। ਐਕਚੁਅਲੀ ਉਹੀ ਉਹਨਾਂ ਹੀ ਲਿਖਿਆ ਸੀ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਮੇਰੇ ਨਾਲ ਬਹੁਤ ਹੁੰਦਾ ਸੀ ਜਦੋਂ ਮੰਮੀ ਮੈਨੂੰ ਕੁੱਟਣ ਕੱਟਣ ਲੱਗਦੀ ਸੀ ਜਾਂ ਕੋਈ ਇਦਾਂ ਦੀ ਮਾੜੀ ਮੋਟੀ ਗੱਲ ਹੁੰਦੀ ਸੀ ਤਾਂ ਅਸੀਂ ਕੋਈ ਹੋਰ ਬਹਾਨਾ ਬਣਾਉਂਦੇ, ਮੈਂ ਡਿੱਗ ਪਿਆ ਜਾਂ ਕੁਝ ਹੋ ਗਿਆ ਤਾਂ ਮਾਂ ਸਾਰਾ ਕੁਝ ਭੁੱਲ ਕੇ ਉੱਧਰ ਲੱਗ ਜਾਂਦੀ ਸੀ, ਹੈ ਨਾ। ਸੋ ਉਸ ਥਾਟ ਤੋਂ ਬਣਾਈ ਸੀ। ਸੋ ਮੈਨੂੰ ਲੱਗਦਾ ਕਿ ਅੱਜ ਜਿੱਥੇ ਤੱਕ ਵੀ ਪਹੁੰਚੇ ਸਾਰੀਆਂ ਮਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ, ਸੋ ਮਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਇੱਥੇ ਤੱਕ ਪਹੁੰਚੇ। ਗੁੱਗੀ ਸਰ ਤੁਹਾਡੇ ਕੋਈ ਸੇਮ ਕੁਐਸਚਨ ਹੈ, ਕੋਈ ਐਸੇ ਐਡਵਾਈਸ ਜੋ ਤੁਸੀਂ ਹਮੇਸ਼ਾ ਨਾ ਦੇਣਾ ਚਾਹੋ? देखो जी एडवाइस है ना जी, ये तो अंग्रेज देते हैं मेरा नाम है हे सन आई हैव एडवाइस फॉर यू। साडियां मावां ते चंडदियां ग्रूमिंग करदियां वो फंड के चंड के और साडे तो जमदियां ने बचपन च इक्को गल सुनी हुंदी मां प्यो कोलों कि रंबा ते मुंडा जिन्ने चंडो उन्ने ठीक रहंदे ने। सो साडी तां ग्रूमिंग करदे ने पर जिन्ना च मां दियां गल्लां दा क्रक्स कढना, क्योंकि मां ने तां कोल बह के कदी नहीं एडवाइस की करदे ने, सलाह देण लगी पर जे क्रक्स मैं सारी गल दा देखदा कि वो ये है कि मां ने जिंदगी च एक तां ये चीज सिखाई कि मेहनत अनथक करनी है। मेहनत तो बाद कदे पिछे मुड़ के अच्छा इन्ना भज लिया मैं इन्ना कर रहा नहीं, अगे देखना भी होर की करने वाला पिया। ये मेरी मां दी मेरे प्यो दी सिक्ख्या मैनू। और दूजा जिहड़ी मैनू लगदा कि बहुत वड्डी एक मैनू मां तो चीज मिली है अपने मां प्यो तो कि झूठ कदे नहीं बोलना, सच की कितनी भी कीमत आदमी पै जाए सच ही सच हुंदा है। झूठ की कोई ना तो उम्र हुंदी है ना दे पैर हुंदे ने। वो चीज जिंदगी च बहुत काम आई है। मैं बहुत लेबर करते देखा अपनी मां नूं भी अपने प्यो नूं भी ते मैनूं इन्ना कुछ करन तो बाद अजे भी लगदा है कि जिन्नी उन्होंने मेहनत कर ली उन्नी मैं अजे तक कर नहीं सकिया। सो जिहड़ी मेहनत दा गुण मेरे मां ने दिता है वो मेरे लिए सब तो वड्डी मैं समझदा एडवाइस दी तरह है। Okay, so I know ਤੁਹਾਡੇ ਸਭ ਦੇ ਬਹੁਤ ਸਾਰੇ ਸਵਾਲ ਹੋਣੇ। We are opening for the media questions. ਜਿਨ੍ਹਾਂ ਦੇ ਸਵਾਲ ਹੈ ਪੁੱਛ ਸਕਦੇ ਨੇ, ਸਾਰੇ ਸਟਾਰਟ ਕਰ ਸਕਦੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੈਂਡੀ ਮੇਰਾ ਨਾਮ ਤੇ ਬਹੁਤ ਅੱਛੇ ਗੱਲ ਕਰਦੇ ਤੁਸੀਂ, ਬਹੁਤ ਅੱਛੇ ਟੌਪਿਕਸ ਲੈ ਕੇ ਆਏ ਹੋ। ਹੰਬਲ ਮੋਸ਼ਨ ਨੇ ਆਪਣੇ ਆਪ ਨੂੰ ਸਿੱਧ ਕੀਤਾ ਤੁਹਾਡਾ, ਥੈਂਕ ਯੂ ਸੋ ਮਚ ਸਰ। ਇਹ ਦਿਵਿਆ ਮੈਮ ਤੋਂ ਮੇਰਾ ਸਵਾਲ ਹੈ ਨਾ, ਮੈਂ ਬਾਲੀਵੁੱਡ ਤੋਂ ਹਿੰਦੀ ਫਿਲਮਾਂ ਦੀ ਸ਼ੁਰੂਆਤ ਹੋ ਕੇ बड़े क्यूट जे ਤੁਹਾਡੇ ਹੁੰਦੇ ਸੀ ਐਕਸਪ੍ਰੈਸ਼ਨਸ ਟਾਈਮ ਤੇ ਬਾਲੀਵੁੱਡ ਦੀ ਹਿੰਦੀ ਫਿਲਮਾਂ ਦੇ। ਅੱਜ ਤੁਸੀਂ ਮਦਦ ਲੱਗੀ ਸੀ ਅੱਜ ਵੀ ਤੁਸੀਂ ਮਦਦ ਨਹੀਂ ਲੱਗੀ ਭਾਜੀ ਪਹਿਲਾਂ ਬਹੁਤ ਔਖਾ ਬਣਾਇਆ ਸੀ ਇਹਨਾਂ ਨੂੰ ਮੈਂ, ਤੁਸੀਂ ਐ ਨਾ ਕਹੋ। ਤੁਸੀਂ ਕਹੋ ਵੀ ਬਹੁਤ ਘੈਂਟ ਰੋਲ ਜਿਹੜਾ ਇਹਨਾਂ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ। नहीं कर सकते वही मैं कह रहा कि मतलब मेरा क्वेश्चन ये है कि मदर इंडिया पे करके मतलब तो ऑफर दा यही ना ऑफर मतलब डिफिकल्टी आई हुई है इतना ना तो उन्होंने अपना दादी मां साइन कराई हुई है। ਮੈਂ ਜਦੋਂ ਇਹਨਾਂ ਨੂੰ ਫਿਲਮ ਸੁਣਾਈ ਨਾ ਤਾਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਮੈਨੂੰ ਦਿਵਿਆ ਜੀ ਨਹੀਂ ਚਾਹੀਦੀ, ਮੈਨੂੰ ਮਨਜੀਤ ਕੌਰ ਚਾਹੀਦੀ। ਸੋ ਜਿਹੜੀ ਸਾਡੇ ਫਿਲਮ ਦਾ ਜੋ ਕਿਰਦਾਰ ਤੇ ਉਹਦੇ ਆਹਾ ਰੰਗ ਨੇ, ਸੋ ਉਦੋਂ ਸਾਡੀਆਂ ਸਾਰੀਆਂ ਗੱਲਾਂ ਖਤਮ ਹੋ ਗਈਆਂ ਸੀ। ਬਾਕੀ ਦੱਸੋ ਜੀ ਤੁਸੀਂ ਕਿਊਟ ਜਿਹੜੇ ਉਹਨਾਂ ਨੇ ਇੱਕ ਸਵਾਲ ਪੁੱਛਿਆ ਤੁਸੀਂ ਬੜੀ ਉੱਥੇ ਹਿੰਦੀ ਫਿਲਮਾਂ 'ਚ ਕਿਊਟ ਲੱਗਦੇ ਸੀ, ਇੱਥੇ ਆ ਕੇ ਕੀ ਹੋ ਗਿਆ? नहीं लगते ਪੁੱਛਣ ਦਾ ਮਤਲਬ ਉਹਦਾ ਨਹੀਂ नहीं मेरा ये नहीं सी मेरा सवाल ये सी बहुत टफ ਹੁੰਦਾ कि मदर इंडिया का एक बहुत अच्छी टॉपिक है। It's a very different topic and that's why I thank you for and then we'll move on to Absolutely, thank you for that, जी। सैनी थैंक यू। मेरी कोशिश यही रहती है कि जड़ा भी रोल लिता जाए वो पहला ना किया हो, क्योंकि इमेज ना शायद मैं बहुत पहला छकी सी, it's been a few years now, but thank you for remembering it। रोल वाकई बहुत औखा सीगा क्योंकि पहली बार कर रही सी ते कई वक्र स्टेज ने एक जब ब्याह के लिए फिर बच्चे ने मेरे जब बुढ़ापा होना, सो वो मेरे लिए बहुत थोड़ा डिफिकल्ट सी कि बॉडी लैंग्वेज जिस तरह उसी गल करते हैं एवरीथिंग इवन हाउ यू वॉक हर कुछ बदल जाता है।
मेरी याद है एक बार किसी थिएटर एक्टर नाल थिएटर डायरेक्टर बहुत बड़े दिग्गज ने बॉम्बे ਉਹਨਾਂ ਨਾਲ ਕੁਝ ਵਰਕਸ਼ਾਪ ਦਾ ਸੀ ਐਵੇਂ ਫਨ ਮਸਤੀ ਨਾਲ ਤੇ ਉਹ ਕਹਿੰਦੇ ਪਿੱਠ ਕਰ ਲੈ ਆਪਣੀ ਕਿ ਪਿੱਠ ਨਾਲ ਕੀ ਐਕਟਿੰਗ ਕਰਾਉਣਗੇ तो he said bet acting कर पिट्ठ तो दिखा तो मैं दसागा की कह रही so that day I have realized कि body language really matter करती है because हर दूसरी जगह कुछ भी थोड़ा जानी करते हैं वो पता चलता है नाले I think the magic of the costume जब उसी कौन है जब तो चिट्टे बाल कर लेंगे अपने आप में शीशे देखते हो फिर क्या नहीं जानते होते और जो ये apprehensions का प्रार्थना सी या लोग पहला उस सारी अकेले रह गया क्योंकि इस रोल इतना सोहना सी फिल्म इतनी सोहनी सी तो मेरे लगता बहुत खूबसूरती ना फ्लैशबैक्स भी डिवाइडेड है ते बुढ़ापे भी डिवाइडेड है आई थिंक इट्स वेरी कंप्लीट फिल्म ते करके वाकई बहुत बहुत एज एन एक्टर बहुत चंगा लगा सो थैंक यू मेरा लास्ट क्वेश्चन है कि मैं बहुत ज़्यादा पसंद मैं जब ट्रेलर देख रही थी ਤੁਸੀਂ बहुत ज़्यादा रो रही थी इतना ज़्यादा मैं किसी और एक्टर को नहीं देखता था उस टाइम इमोशनल सारे सी ਅਸੀਂ ਆਪ किसी को ਤੁਸੀਂ बहुत ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਮੈਨੂੰ ਪ੍ਰਾਊਡ ਹੈ ਕਿ ਮੇਰੇ ਤੋਂ ਮਾਂ ਹੈ ਫਿਰ ਮੁਬਾਰਕਬਾਦ ਪ੍ਰਮੋਸ਼ਨ ਪਿਕਚਰ ਕਿ ਮੈਂ ਇੰਟਰਵਿਊ ਸੁਣ ਰਹੀ ਸੀ ਗਿੱਪੀ ਦੀ ਉਹਦੇ ਵਿੱਚ ਇੱਕ ਸ਼ਬਦ ਸੀ ਕਿ ਜਿੱਥੇ ਰੱਬ ਨਹੀਂ ਪਹੁੰਚਦਾ ਉੱਥੇ ਮਾਂ ਪਹੁੰਚਦੀ ਤੇ ਮੈਨੂੰ ਇਹ ਲੱਗਿਆ ਕਿ ਇਹ ਸਬਜੈਕਟ ਚੁਣ ਕੇ ਆਪਣੇ ਆਪ ਨੂੰ ਮੈਂ ਬੜਭਾਗੀ ਸਮਝਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਅਰਦਾਸ ਕਰਾਂ ਤੇ ਮਾਂ ਤੇ ਮੈਨੂੰ ਇਹ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੂੰ ਇਹ ਮੌਕਾ ਮਿਲਿਆ ਤੇ ਮੈਂ ਉੱਥੇ ਜਦੋਂ ਦੇਖ ਰਹੀ ਸੀ ਕਿ ਦਿਨੇ ਜਿਹਨੂੰ ਜਦੋਂ ਮੈਂ ਲੇਟ ਆਈ ਹਾਂ ਇੰਡਸਟਰੀ ਦੇ ਵਿੱਚ ਕਿਉਂਕਿ ਮੈਂ ਥੀਏਟਰ ਹੀ ਕਰਦੀ ਸੀ ਤੇ ਜਦੋਂ ਮੈਂ ਦੇਖ ਰਹੀ ਸੀ ਤੇ ਮੈਨੂੰ ਐਂ ਲੱਗਦਾ ਸੀ ਕਿ ਗੁਰਪ੍ਰੀਤ ਤੂੰ ਜ਼ੀਰੋ ਹੈ ਸਿੱਖ ਇੱਥੋਂ ਸਿੱਖ ਪਰ ਫਿਰ ਵੀ ਮੈਨੂੰ ਇਹ ਵੀ ਫੀਲ ਹੋ ਰਿਹਾ ਸੀ ਕਿ ਕਿਉਂਕਿ ਗੁਰਪ੍ਰੀਤ ਭੁੱਗੀ ਹੋਣਾ ਨਾ ਗਿੱਪੀ ਹੋਣਾ ਨਾ ਪਹਿਲਾਂ ਮੈਂ ਕੰਮ ਕੀਤਾ ਸੈਟ ਤੇ ਜਿੰਨਾ ਕੋਆਪਰੇਸ਼ਨ ਜਾਂ ਹੋਰ ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਹੋ ਜਿਹਾ ਸਬਜੈਕਟ ਚੱਕਿਆ ਗਿਆ ਜਿਹੜਾ ਮੈਨੂੰ ਇਹ ਲੱਗਦਾ ਕਿ ਇਹ ਸ਼ੁਰੂ ਗਿਆ ਇਹ ਸ਼ੁਰੂ ਹੋ ਗਿਆ ਹੁਣ ਸਾਰਾ ਤੁਹਾਡੇ ਤੇ ਹੈ ਬਸ ਉਹ ਥੋੜਾ ਇਮੋਸ਼ਨਲ ਹੋ ਗਈ ਸੀ ਗੀਤ ਵੀ ਇਹਨਾਂ ਦੇ ਸੀ ਤੇ ਆਪਣਾ ਜਦੋਂ ਮੈਂ ਆਪਣੀ ਮਾਂ ਦੇ ਰੂਪ ਵਿੱਚ ਆਪਣੀ ਮਾਂ ਦੇਖਦੀ ਸੀ ਤੇ ਮੈਂ ਇੱਕ ਮਾਂ ਜਦੋਂ ਉਹ ਦੇਖਦੀ ਸੀ ਵੀ ਕਿ ਕਿਹੋ ਜਿਹੀ ਫੀਲਿੰਗ ਨੇ ਬਸ ਥੋੜਾ ਹੋ ਗਿਆ ਇਮੋਸ਼ਨਲ ਅੱਖਾਂ ਚੋਂ ਪਾਣੀ ਆ ਗਿਆ ਪਰ ਫਿਰ ਵੀ ਗ੍ਰੇਟ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਸਾਤੋਂ ਕਰਵਾਇਆ ਮਾਣ ਮਹਿਸੂਸ ਕਰਦੀ ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ Another question. बेहतरीन किरदार है कि ड्रीम रू की तमन्ना पूरी होगी तो जो ਤੁਸੀਂ ਗ੍ਰੀਡੀ ਐਕਟਰ ਨੂੰ ਕਹੋ ਕਿ ਡ੍ਰੀਮ ਰੋਲ ਹੋ ਗਿਆ ਤਾਂ ਫਿਰ ਉੱਥੇ ਹੀ ਹੋ ਜਾਣਾ ਆਈ ਥਿੰਕ ਇਹ ਵੈਰੀ ਵਨ ਆਫ ਦ ਫਾਈਨੈਸਟ ਰੋਲਸ ਆਫ ਡਨ ਯੈਸ ਅ ਕੰਪਲੀਟ ਰੋਲ ਕਿਸੇ ਵੀ ਐਕਟਰ ਲਈ ਇੰਨੀ ਵਰਿਆਂਤ ਦੀ ਜਰਨੀ ਪੂਰੀ ਕਰਨਾ ਦਿਖਾਉਣਾ is beautifully challenging है बहुत खूबसूरत होना चाहिए yes it is one of my best roles 100% पर जब मैं कहा सारा कुछ कर लिया वो लगे कि करना वो नहीं होना हमें तो मैं वो देखते हैं वो की लेके आने में so thank you My name is Swaran मेरा क्वेश्चन है बबल राय इन कंपटीशन लगा why doing shooting with Gippy Gurpreet sir ਤੇ ਦਿਵਿਆ ਦੱਤਾ ਲੱਗਿਆ ਨਹੀਂ ਕਿ ਹਾਲੇ ਵੱਡੇ ਵੱਡੇ ਸਟਾਰ ਕਾਸਟ ਹੈ और मैं अपने आप को अपनी प्रेजेंस दिखानी है it was difficult और आराम ਨਾਲ ਹੋ ਗਿਆ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪਰਿਵਾਰ ਅਸੀਂ ਸਾਰੇ ਤੇ ਆਪਣੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਹੈ ਸਾਰੇ ਵੱਡੇ ਹਨ ਤਾਂ ਬਹੁਤ ਸਿੱਖਣ ਨੂੰ ਮਿਲਿਆ ਥੋੜਾ ਪ੍ਰੈਸ਼ਰ ਵੀ ਜ਼ਰੂਰ ਸੀ ਖਾਸ ਕਰਕੇ ਜਦੋਂ ਮੇਰਾ ਪਹਿਲਾ ਸੀ ਤਾਂ ਮੈਂ ਡਾਇਰੈਕਟਰ ਸੀਗਾ ਪਰ ਵੱਡਿਆਂ ਦਾ ਵੱਡਾ ਪਰ ਇਹ ਹੁੰਦਾ ਕਿ ਕਦੇ ਆਪ ਤੋਂ ਛੋਟੇ ਨੂੰ ਨਵੇਂ ਨੂੰ ਕੀ ਨਹੀਂ ਹੁੰਦਾ ਤੁਸੀਂ ਨਵੇਂ ਨੂੰ ਛੋਟੇ ਸੋ ਇਹਦਾ ਕੋਈ ਗੱਲ ਨਹੀਂ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਫਿਲਮ ਲਈ ਮੇਰੇ ਹਿੱਸੇ ਬਹੁਤ ਹੈਲਪ ਕਰਦਾ ਰਿਹਾ ਤੇ ਗ੍ਰੀਨ ਰੋਡ ਲਈ ਮੈਨੂੰ ਵੀ ਕਾਫੀ ਮਿਹਨਤ ਕਰਨੀ ਪਈ ਪਰ ਹੁਣ ਸਾਰੇ ਸੀਨੀਅਰ ਜਦੋਂ ਅਪਰੀਸ਼ੀਏਟ ਕਰਦੇ ਤਾਂ ਵਧੀਆ ਲੱਗਦਾ ਥੈਂਕ ਯੂ मेरा सवाल एक विक्की भाई ਨਾਲ ਹੈ ਅਜੀ ਤੁਸੀਂ ਕਲਾਕਾਰ ਔਰ ਇੱਕ ਗਾਇਕ ਵੀ ਹੈਗੇ ਇਸ ਫਿਲਮ ਵਿੱਚ ਤੁਹਾਡਾ ਕੋਈ ਆਪਣਾ ਗਾਇਆ ਹੋਇਆ ਗਾਣਾ ਵੀ ਹੈ ਨਹੀਂ ਅਗਰ ਨਹੀਂ ਹੈ ਤਾਂ ਕਿਉਂ ਹੈ ਮੇਰੇ ਕਰੈਕਟਰ ਦੇ ਨਾਲ ਕੋਈ ਗਾਣਾ ਜ਼ਿਆਦਾ ਨਹੀਂ ਸੀ ਔਰ ਮੈਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਤੋਂ ਮੈਂ ਫਿਲਮਾਂ ਸ਼ੁਰੂ ਕੀਤੀਆਂ ਨੇ ਪਹਿਲੀ ਫਿਲਮ ਜਿਹੜੀ ਮੈਂ ਐਜ਼ ਅ ਪ੍ਰੋਡਿਊਸਰ ਕੀਤੀ ਸੀ ਉਹ ਕੈਰੀਅਰ ਜੱਟਾ ਸੀ ਤੇ ਜੇ ਮੈਂ ਇਹ ਸੋਚ ਕੇ ਫਿਲਮ ਬਣਾਉਂਦਾ ਵੀ ਮੇਰਾ ਸਾਰਾ ਕੁਝ ਹੋਣਾ ਚਾਹੀਦਾ ਤਾਂ ਕੈਰੀਅਰ ਜੱਟਾ ਦੇ ਵਿੱਚ ਭੁੱਖੀ ਭਾਜੀ ਵੀਨੂ ਢਿੱਲੋਂ ਤੇ ਜਸਵਿੰਦਰ ਭਗਤ ਬੈਟਰ ਰੋਲ ਮੇਰਾ ਹੋਣਾ ਚਾਹੀਦਾ ਸੀ ਸੋ ਜਦੋਂ ਅਸੀਂ ਉਹ ਸਕ੍ਰਿਪਟ ਲਿਖੀ ਭੁੱਖੀ ਭਾਜੀ ਪਾਰਟ ਸੀ ਇਹ ਸਕ੍ਰਿਪਟ ਉਸ ਫਿਲਮ ਦੇ ਸਾਨੂੰ ਲੱਗਿਆ ਕਿ ਇਹ ਫਿਲਮ ਇੱਦਾਂ ਹੀ ਬਣੂਗੀ ਤਾਂ ਹੀ ਵਧੀਆ ਬਣੂਗੀ ਸੋ ਉਸ ਬੈਟਰ ਨੇ ਵੀ ਕੋਈ ਚੀਜ਼ ਧੱਕੇ ਨਾਲ ਨਹੀਂ ਬਣਾਈ
ਸੋ ਇਹਦੇ ਵਿੱਚ ਵੀ ਜਿੰਨਾ ਮੇਰਾ ਰੋਲ ਸੀ ਇਹ ਬਹੁਤ ਕਰੈਕਟਰ ਰੋਲ ਹੈ ਤੇ ਪਰ ਰੋਲ ਜਿੰਨਾ ਵੀ ਹੈ ਮੈਨੂੰ ਵਧੀਆ ਲੱਗਦਾ। ਮੈਨੂੰ ਇਹ ਲੱਗਾ ਕਿ ਇਵਨ ਜੋ ਮੈਂ ਘੁੱਗੀ ਭਾਜੀ ਨੂੰ ਕਿਹਾ ਵੀ ਘੁੱਗੀ ਭਾਜੀ ਆਹ ਰੋਲ ਕਰਨਾ, ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਸੀ, ਅਸੀਂ ਜਿੰਨੇ ਇੱਥੇ ਬੈਠੇ ਆ ਹਰ ਬੰਦੇ ਨੂੰ ਪਤਾ ਸੀ ਕਿ ਇਹ ਫਿਲਮ ਹੈ ਜਿਹੜੀ ਇਹ ਦਿਵਿਆ ਜੀ ਦੀ ਫਿਲਮ ਹੈ, ਇਹ ਮਾਂ ਦੀ ਫਿਲਮ ਹੈ। ਬਟ ਉਹ ਫਿਲਮ ਬੈਟਰ ਕਿੱਦਾਂ ਬਣ ਸਕਦੀ ਹੈ ਕਿ ਜੇ ਸਾਰੇ ਵਧੀਆ ਐਕਟਰ ਇਕੱਠੇ ਹੋ ਕੇ ਨਾਲ ਸਪੋਰਟ ਕਰਨ ਤੇ ਵਧੀਆ ਤਰੀਕੇ ਨਾਲ ਕੰਮ ਕਰਨ। ਸੋ ਅਸੀਂ ਗਾਣੇ ਵੀ ਜੋ ਜਿਸ ਤਰੀਕੇ ਨਾਲ ਸ਼ੂਟ ਹੁੰਦੇ ਸੀ, ਕੋਈ ਇਹ ਨਹੀਂ ਕਿ ਗਾਣਾ ਮਤਲਬ ਤੇ ਕੋਈ ਅਸੀਂ ਪ੍ਰਮੋਸ਼ਨ ਗਾਣਾ ਪਾਤਾ ਹੋਇਆ, ਸੋ ਨਾ ਮੇਰੇ ਕਰੈਕਟਰ ਨਾਲ ਜਾਂਦਾ ਸੀ ਨਾ ਫਿੱਟ ਹੁੰਦਾ ਸੀ ਤੇ ਇਸ ਕਰਕੇ ਪਾਇਆ ਨਹੀਂ। ਬਾਕੀ ਪੂਰੀ ਉਸਤਾਦ ਨਾਲ ਥੋੜਾ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਜੋ ਕੋਈ ਚੈਲੰਜ ਤੁਹਾਨੂੰ ਕਹਿ ਜਾ ਰਿਹਾ ਜੋ ਸਭ ਤੋਂ ਵੱਡਾ ਚੈਲੰਜ ਹੈ? मेरे लिए मेरी जो जिम्मेदारी उसकी बड़ी खतरनाक बनी हुई थी कि मार काट गोलियां चलाने खून करा था। तो ये करैक्टर बहुत धरती का जुड़िया है तो मैं कोशिश की वैसे मुद्दा प्ले करने मेरे लिए चैलेंज थी ये ना लगे कि मैं एक्टिंग कर रहा हूँ। तो मैं करैक्टर दूँ मतलब जिन्हें आम जिंदगी से किरदार जुड़ा फिरदा होता है तो मेरे ख्याल से मैं ठीक किया होगा। ਹੁੰਦਾ ਸੀ ਕਿ ਆਪਾਂ ਆਲਮੋਸਟ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਜਦੋਂ ਫਿਲਮਾਂ ਆਈਆਂ ਸੀ ਆਪਣੀਆਂ ਪਹਿਲੀ ਕੈਰੀਅਰ ਜੱਟਾ ਜਾਂ ਜਿਹਨੇ ਮੇਰਾ ਦਿਲ ਲੁੱਟਿਆ, ਸਿੰਘ ਵਰਸਸ ਕੌਰ, ਉਦੋਂ ਅਸੀਂ ਤਕਰੀਬਨ ਹਰ ਸ਼ਹਿਰ 'ਚ ਜਾਂਦੇ ਸੀ ਪੰਜਾਬ ਦੇ ਵਿੱਚ। ਤੇ ਹੁਣ ਥੋੜਾ ਜਿਹਾ ਅਸੀਂ ਕੀ ਕੀਤਾ ਵੀ ਉਦੋਂ ਦਿੱਲੀ ਵਗੈਰਾ ਨਹੀਂ ਸੀ ਜਾਂਦੇ ਤੇ ਬਾਹਰਲੇ ਕੰਟਰੀਆਂ 'ਚ ਨਹੀਂ ਸੀ ਜਾਂਦੇ। ਜਿਵੇਂ ਹੁਣ ਮੈਂ ਕੈਨੇਡਾ ਸੀਗਾ, ਮੈਂ ਕੈਨੇਡਾ ਪ੍ਰਮੋਟ ਕਰਕੇ ਆਇਆ ਸੀ, ਹੁਣ ਅਸੀਂ ਦਿੱਲੀ ਸੀਗੇ, ਦਿੱਲੀ ਤੋਂ ਇੱਥੇ ਆਏ। ਹੁਣ ਜਦੋਂ ਇੱਥੇ ਤੁਹਾਡੇ ਕੋਲ ਆ ਕੇ ਪ੍ਰਮੋਟ ਕਰਦੇ ਹਾਂ ਤਾਂ ਤੁਸੀਂ ਇੱਥੋਂ ਆਲਮੋਸਟ ਸਾਰੇ ਪੰਜਾਬ 'ਚ ਖਬਰ ਪਹੁੰਚਾ ਦਿੰਦੇ ਹੋ। ਇਸ ਇੱਕ ਵੱਡੀ ਪ੍ਰੈਸ ਕਾਨਫਰੰਸ ਦੇ ਨਾਲ ਸਾਰੇ ਜਗ੍ਹਾ ਦੇ ਉੱਤੇ ਮੀਡੀਆ ਤੇ ਚਲੇ ਜਾਂਦਾ। ਸੋ ਜਿਵੇਂ ਦਿੱਲੀ ਤੋਂ ਇੱਥੋਂ ਉੱਧਰਲੇ ਪਾਸੇ ਵੀ ਕਾਫੀ ਚੀਜ਼ਾਂ ਚਲੇ ਜਾਂਦੀਆਂ, ਹੌਲੀ ਹੌਲੀ ਉੱਧਰ ਬਿਜ਼ਨਸ ਗਰੋ ਹੋ ਰਿਹਾ। ਜਦੋਂ ਹੁਣ ਬਿਜ਼ਨਸ ਹੋਣ ਲੱਗ ਜੂ, ਇਹਦੇ ਬਾਰੇ ਸਾਨੀ ਸਾਹਿਬ ਜ਼ਿਆਦਾ ਦੱਸ ਸਕਦੇ ਨੇ ਕਿ ਉੱਧਰ ਆਪਣੀਆਂ ਕਿੰਨੀ ਕੁ ਫਿਲਮ ਰਿਲੀਜ਼ ਹੁੰਦੀ ਆ ਤੇ ਜਦੋਂ ਆਪਾਂ ਨੂੰ ਰਿਕੁਆਇਰਮੈਂਟ ਲੱਗੂਗੀ ਤਾਂ ਆਪਾਂ ਡੈਫੀਨੇਟਲੀ ਜਾਇਆ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ। ਸੋ ਫਿਲਮਸ ਮੈਨੂੰ ਲੱਗਦਾ ਜੀ ਕਿ ਇੱਕ ਮੀਡੀਅਮ ਹੁੰਦੀਆਂ ਨੇ ਲੋਕਾਂ ਤੱਕ ਪਹੁੰਚਣ ਦਾ, ਤੇ ਮੀਡੀਅਮ ਅੱਜ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਇੰਨਾ ਪਾਵਰਫੁਲ ਹੋ ਚੁੱਕਾ ਹੈ ਕਿ ਤੁਸੀਂ ਹਾਂਗਕਾਂਗ 'ਚ ਵੀ ਫਿਲਮ ਰਿਲੀਜ਼ ਕਰ ਰਹੇ ਹੋ ਚੰਡੀਗੜ੍ਹ ਬੈਠ ਕੇ। ਸੋ ਸਮਹਾਉ ਇੱਕ ਕਨੈਕਟੀਵਿਟੀ ਮੈਨੂੰ ਲੱਗਦਾ ਕਿ ਥਰੂ ਸੋਸ਼ਲ ਮੀਡੀਆ ਅਸੀਂ ਆਲਰੇਡੀ ਅਦਰ ਸਟੇਟਸ ਹੁੰਦੀ ਹੈ, ਬਟ ਤੁਹਾਡਾ ਸੁਜੈਸ਼ਨ ਮੋਸਟ ਵੈਲਕਮ ਹੈ ਜੀ। ਜਿਸ ਤਰ੍ਹਾਂ ਫਿਲਮਸ ਹੋਰ ਆਪਣਾ ਦਾਇਰਾ ਵਧਾਉਂਦੇ ਉਸ ਤੋਂ ਅਸੀਂ ਬਾਕੀ ਸਟੇਟਸ ਵੀ ਪ੍ਰਮੋਟ ਕਰਾਂਗੇ। ਥੈਂਕ ਯੂ ਫॉर द ਸਜੈਸ਼ਨ। ये बहुत अच्छे एक्टर ने, ये भी मुंडा बहुत अच्छा एक्टर है जी। और सच्ची दसा तो इन्होंने कोई सानू इदा की कोई कुछ करना नहीं पेगा कि असीं इन्हां नूं स्पीकरां नूं कुछ दस्सिया जां कुछ कीता। इन्हां नूं इन्हां दा रोल समझाया, बहुत इंटैलीजेंट एक्टर ने और ये कह सकते हैं कि ये छोटा वर्जन ऑफ घुग्गी भाजी होनी ने ते बहुत सियाणे ने ये भी तुसीं उवें काउंटर मेरे वाली कैटेगरी च काउंटर ना करो इन्हां नूं। मैं एक गल दसां, बच्चे सारे नालों खतरनाक एक्टर होंदे ने, ਉਹ ਜਿੰਨਾ ਨੈਚੁਰਲ ਕਰਦੇ ਨੇ ਨਾ ਸਾਨੂੰ ਪਤਾ ਨਹੀਂ ਚੱਲਦਾ। ਵੀ ਹੈਵ ਟੂ ਮੈਚ them, we have to match them। ਮਤਲਬ ਇਹਨਾਂ ਦੇ ਰੀਟੇਕਸ ਘੱਟ ਹੋਏ ਬਾਕੀਆਂ ਨਾਲੋਂ? नहीं, ये तो एक्चुअली साडे डायरैक्टर साहब बलजीत सिंह दिओ जी इत्थे है नहीं क्योंकि मैं ज़्यादा दस नहीं सकता क्योंकि जो मैं शूटिंग ते सी उदों ये नहीं सी, क्योंकि जो ये शूटिंग ते सी उदों मैं नहीं सी, क्योंकि मैं यही हाँ, ये मेरा छोटा है जोरा। जो छोटा मैं तो छोटे का पार्ट इन्हें निभाया, मेरे वाला इन्हें बब्बल का निभाया तो तकदीर का। सो वो उस करके मैनू नहीं पता भी इन्होंने कितने टेक लए, बट यह है कि इन्होंने मैं फिल्म देखी है, फिल्म मैं देखी है, इन्होंने बहुत ही अच्छा परफॉर्म किया, बहुत ज़्यादा वधिया शूटिंग की गई थी कैमरे के नाल। फिल्म मैं दसिया जिदा कि हम्बल मोशन पिक्चर की पहली फिल्म होनी सी, बहुत टाइम तो प्लान की सी, बट समहाउ क्योंकि माँ एक एडा वड्डा सबजैक्ट है कि सब तो उस लैवल की स्क्रिप्ट बनाते टाइम भी बहुत लग गया तो फाइनली फिर कास्ट करते करते जिवें अज जो टाइप होया बहुत लेट पहुँचे असीं इन्हां कोले क्योंकि सानूं कोई एक्टर ही नहीं मिल रहा इन्ना वड्डा रोल पुल करने के लिए। सो फाइनली हुण एक दिन रह गया जी, कल का दिन बस, परसों फिल्म रिलीज़ हो रही है। उम्मीद है तुहानूं वधिया लगूगी तो असी बहुत एफर्ट की है जी। मैं तो इन्ना कह सकदा कि साडी हुण तक दी मैनूं लगदा कि रिफाइन फिल्म होगी। सो जिस जोन दे विच फिल्मां सीगियां जिस जॉनर दियां अरदास करां, ये उस थोड़ी उस जॉनर नूं टारगेट करदी है तो बहुत अच्छी फिल्म है।
ਤੁਸੀਂ ਅਕਸਰ ਤੌਰ ਤੇ ਪੁੱਛਦੇ ਹੁੰਦੇ ਹੋ ਕਿ ਫਿਲਮ 'ਚ ਕੀ ਮੈਸੇਜ ਹੈ। ਅੱਜ ਦੇਖ ਕੇ ਮੈਨੂੰ ਦੱਸਿਓ ਵੀ ਕੀ ਮੈਸੇਜ ਹੈ। ਔਰ ਤੁਹਾਡੇ ਸਾਰਿਆਂ ਲਈ ਵੀ ਬਹੁਤ ਅੱਛੇ ਮੈਸੇਜ ਹੈ। ਇਹ ਨਹੀਂ ਕਿ ਕਿਉਂਕਿ ਮਾਂ ਦੇ ਲਈ ਕਹਾਣੀ ਹੈ, ਸੋ ਹਰ ਬੰਦਾ ਛੋਟੀਆਂ ਗੱਲਾਂ ਦੇ ਉੱਤੇ ਜਿਹੜੀਆਂ ਆਪਾਂ ਡੇਲੀ ਰੂਟੀਨ ਦੇ ਵਿੱਚ ਮਾਂ ਨਾਲ ਆਪਣੀ ਥੋੜ੍ਹੀ ਖਿਟਪਟ ਹੁੰਦੀ ਰਹਿੰਦੀ ਹੈ, ਸੋ ਇਗਨੋਰ ਕਰ ਰਹੇ ਆਪਾਂ ਮਾਂ ਨੂੰ ਨਿੱਕੀਆਂ ਗੱਲਾਂ 'ਤੇ। ਸੋ ਮੈਨੂੰ ਲੱਗਦਾ ਕਿ ਜਦੋਂ ਫਿਲਮ ਦੇਖ ਕੇ ਨਿਕਲੋਗੇ ਤੁਸੀਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਭੁੱਲ ਕੇ ਜਾਂਦੇ ਹੋ। ਕਿਵੇਂ ਆਇਆ ਸਰ ਕਿ ਮਾਂ ਦੀ ਫਿਲਮ ਕਿੰਨਾ ਸਮਾਂ ਆ ਗਿਆ? ਪੂਰੀ ਹੋਣ ਨੂੰ ਤਾਂ ਬਹੁਤ ਸਮਾਂ ਲੱਗ ਗਿਆ ਜੀ, ਕਿਉਂਕਿ ਮੈਂ ਦੱਸਿਆ ਵਿਚਾਲੇ ਕੋਵਿਡ ਆ ਗਿਆ ਸੀਗਾ। ਉਸ ਤੋਂ ਪਹਿਲਾਂ ਸ਼ੁਰੂ ਕੀਤੀ ਸੀ, ਫਿਰ ਬ੍ਰੇਕ ਪੈ ਗਈ। ਫਿਰ ਉਸ ਤੋਂ ਬਾਅਦ ਸਾਰੇ ਬੰਦੇ ਕਿਸੇ ਨੇ ਕੰਮ ਫੜੇ ਹੋਏ ਸੀ, ਡੇਟਾ ਡੂਟਾ, ਕਿਉਂਕਿ ਆਰਟਿਸਟ ਬਹੁਤ ਜ਼ਿਆਦਾ ਸੀ, ਸਾਰਿਆਂ ਨੂੰ ਇਕੱਠੇ ਕਰਨ ਦੇ ਵਕਤ ਲੱਗ ਗਿਆ। ਤੇ ਬਟ ਜੋ ਵੀ ਹੈ ਪ੍ਰੋਡਕਟ ਅਸੀਂ ਬਹੁਤ ਮਜ਼ੇ ਨਾਲ ਬਣਾਇਆ ਜੀ, ਤਸੱਲੀ ਨਾਲ, ਕਿਉਂਕਿ ਸਾਨੂੰ ਕਿਉਂਕਿ ਫਿਲਮ ਆ ਜਿਹੜੀ ਕੋਈ ਵੀ ਫਿਲਮ ਉਹ ਇੱਕੇ ਵਾਰੀ ਬਣਦੀ ਹੈ ਤੇ ਦਰੁਸਤ ਬਣੇ ਤਾਂ ਹੀ ਫਾਇਦਾ ਹੈ। ਤੇ ਇਹ ਫਿਲਮ ਦੇ ਵਿੱਚ ਤਾਂ ਕੋਈ ਇੱਦਾਂ ਦੀ, ਕਿਉਂਕਿ ਕਾਮੇਡੀ ਫਿਲਮ ਜਿਹੜੀ ਹੁੰਦੀ ਹੈ ਉਹਦੇ 'ਚ ਮੈਨੂੰ ਪਤਾ ਹੁੰਦਾ ਕਿ ਮੇਰੀ ਸਕ੍ਰਿਪਟ ਮਾੜੀ ਮੋਟੀ ਖੱਬੇ ਸੱਜੇ ਵੀ ਹੋਵੇ ਕਿ ਭਾਜੀ ਉਹਨੀ ਉੱਦਾਂ ਹੀ ਹੱਸਾ ਕੇ ਟਾਈਮ ਕਢਾ ਲੈਂਦੇ ਨੇ ਸਾਡਾ ਤੇ ਫਿਲਮਾਂ ਲੰਘ ਜਾਂਦੀਆਂ ਨੇ। ਪਰ ਇਹ ਫਿਲਮ ਜੇ ਮਾੜੀ ਜਿਹੀ ਵੀ ਉੱਦਾਂ ਹਿੱਲਦੀ ਆ ਤਾਂ ਜਾ ਨਹੀਂ ਸਕਦੀ। ਸਰ ਇਹ ਥਾਟ ਕਿਵੇਂ ਆਇਆ ਸਬਜੈਕਟ ਮਾਂ? ਥਾਟ ਐਕਚੁਅਲੀ ਭਾਜੀ ਮੇਰੇ ਬਹੁਤ ਟਾਈਮ ਤੋਂ ਵੈਸੇ ਹੀ ਜ਼ਹਿਨ ਸੀਗਾ ਕਿ ਮੈਂ ਇਹ ਫਿਲਮ ਬਣਾਉਣੀ ਆ ਮਾਂ, ਤੇ ਕਾਫੀ ਵਾਰੀ ਅਸੀਂ ਡਿਸਕਸ ਕੀਤਾ ਹੈ। ਤੇ ਮੇਰੇ ਕੋਲ ਟਾਈਟਲ ਬਹੁਤ ਸਾਲ ਪਹਿਲਾਂ ਤੋਂ ਆ, ਜਿਹੜੇ ਸ਼ੁਰੂ ਦੇ ਵਿੱਚ ਮੈਂ ਟਾਈਟਲ ਰਜਿਸਟਰ ਕਰਾਏ ਸੀ ਉਹਨਾਂ ਦੇ ਵਿੱਚ ਇਹ ਟਾਈਟਲ ਸੀਗਾ, ਤੇ ਉਦੋਂ ਦਾ ਹੀ ਦਿਮਾਗ 'ਚ ਘੁੰਮ ਰਿਹਾ ਸੀ ਕਿ ਬਣਾਉਣਾ ਸਬਜੈਕਟ। ਠੀਕ ਹੈ ਸਰ, ਥੈਂਕ ਯੂ। ਅੱਛਾ ਜੀ, ਬਿਲਕੁਲ ਜੀ। ਫਿਲਮ ਰਿਲੀਜ਼ ਹੋ ਰਹੀ ਹੈ ਜੀ 6 ਮਈ ਨੂੰ, ਮਦਰਸ ਡੇ ਦਾ ਵੀਕਐਂਡ ਹੈ, ਤੇ ਸਿਰਫ ਇੱਕ ਦਿਨ ਰਹਿ ਗਿਆ। ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੀਆਂ ਫੈਮਲੀਆਂ ਨੂੰ ਲੈ ਕੇ ਜਾਇਓ, ਬੱਚੇ ਆਪਣੇ ਪੇਰੈਂਟਸ ਨੂੰ ਲੈ ਕੇ ਜਾਣ ਤੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਜਾਣ। ਦੋਨਾਂ ਲਈ ਇਹ ਫਿਲਮ ਦੇਖਣੀ ਬਹੁਤ ਇੰਪੋਰਟੈਂਟ ਹੈ। ਥੈਂਕ ਯੂ ਸੋ ਮਚ।